this lecture we will discuss about the Thevenin theorem. What is the Thevenin theorem? Any two-terminal bilateral DC network, consisting of voltage or current sources, ਜਿਹਦੇ ਵਿੱਚ ਕੀ ਹੈ voltage ਤੇ current sources ਲੱਗੇ ਹੋਏ ਹੈ, and resistances can be replaced by an equivalent circuit consisting of voltage source in series with a resistor. ये मान लो साडा टू टर्मिनल bilateral DC network है. This theorem states that this two terminal bilateral DC network can be replaced by an equivalent circuit consisting of voltage source in series with resistance. The voltage source is called Thevenin voltage source and resistance is called Thevenin resistance. Again, definition: any two-terminal bilateral DC network consisting of voltage or current sources and resistances can be replaced by an equivalent circuit consisting of a voltage source in series. ਜਿਹਦੇ ਵਿੱਚ ਅਸੀਂ ਕਰੰਟ ਕੈਲਕੂਲੇਟ ਕਰਨਾ ਵੀ RL ਦੇ ਵਿੱਚੋਂ ਕਿੰਨਾ ਕਰੰਟ ਫਲੋ ਕਰ ਰਿਹਾ ਹੈ by using Thevenin theorem. So we want to calculate the current flowing through RL resistance by using Thevenin theorem. Let current flowing through the RL resistance is IL. ਤਾਂ ਅਸੀਂ ਕੀ ਕਰਨਾ ਸਾਰਿਆਂ ਨੂੰ ਪਹਿਲਾਂ ਜਿਹੜੀ ਰੈਜ਼ਿਸਟੈਂਸ ਦੇ ਵਿੱਚੋਂ ਅਸੀਂ ਕਰੰਟ ਕੈਲਕੂਲੇਟ ਕਰਨਾ ਉਹਨੂੰ ਅਸੀਂ ਇਹਦੇ ਚੋਂ ਰਿਮੂਵ ਕਰ ਦੇਣਾ. ਤਾਂ ਇਹਨੂੰ ਇਸ ਰੈਜ਼ਿਸਟੈਂਸ ਨੂੰ ਅਸੀਂ ਕੀ ਰਿਮੂਵ ਕਰ ਦਈਏ ਤਾਂ ਸਾਡੇ ਕੋਲੇ ਇਹ ਆ ਗਿਆ ਟੂ ਟਰਮੀਨਲ ਬਾਈਲੇਟਰਲ DC ਨੈਟਵਰਕ. ਤਾਂ ਇਹ ਥਿਓਰਮ ਕੀ ਕਹਿੰਦੀ ਹੈ ਇਹ ਜਿਹੜਾ ਟੂ ਟਰਮੀਨਲ ਬਾਈਲੇਟਰਲ DC ਨੈਟਵਰਕ ਕੈਨ ਬੀ ਰੀਪਲੇਸਡ ਬਾਈ ਏ ਵੋਲਟੇਜ ਸੋਰਸ VTH in series with resistance RTH. ਤਾਂ ਅਸੀਂ ਨੈਕਸਟ ਸਟੈਪ ਆ ਜਾਂਦਾ ਸਾਡੇ ਕੋਲੇ VTH ਤੇ RTH ਦੀ ਵੈਲਿਊ ਕੈਲਕੂਲੇਟ ਕਰਨੀ ਹੈ. VTH ਦੀ ਵੈਲਿਊ ਕੀ ਹੈ ਟੂ ਫਾਈਂਡ VTH. ਠੀਕ ਹੈ ਤਾਂ ਅਸੀਂ ਇਹ ਤੁਹਾਡਾ ਵੋਲਟੇਜ ਸੋਰਸ ਹੈ VS, फिर रेजिस्टेंस की R1 है, एक ही रेजिस्टेंस R3 है, ये रेजिस्टेंस है R2. ਤਾਂ ਇਸ ਜਗ੍ਹਾ ਤੇ ਜਿਹੜੀ ਵੋਲਟੇਜ ਹੋਏਗੀ that is your VTH. ਠੀਕ ਹੈ ਇੱਥੋਂ ਕਰੰਟ ਫਲੋ ਕਰੇਗਾ I. ਕਰੰਟ ਅੱਗੇ ਇੱਥੋਂ ਕਰੰਟ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਹੋਣਾ ਸੀ ਪਰ ਇਹ ਓਪਨ ਸਰਕਟ ਹੈ ਇਸ ਕਰਕੇ ਇੱਥੋਂ ਕਰੰਟ ਕਿੰਨਾ ਫਲੋ ਕਰੇਗਾ 0 ਫਲੋ ਕਰੇਗਾ. ਇੱਧਰ ਕੋਈ ਕਰੰਟ ਨਹੀਂ ਫਲੋ ਕਰੇਗਾ. ਪੂਰੇ ਦਾ ਪੂਰਾ ਕਰੰਟ ਕੀ ਹੈ ਇਹਦੇ ਵਿੱਚੋਂ ਦੀ ਫਲੋ ਕਰਕੇ ਇਸ ਤਰ੍ਹਾਂ ਕਰਕੇ ਕੀ ਵਾਪਸ ਆ ਜਾਏਗਾ I. ਤਾਂ ਜਿਹੜੀ VTH ਕੀ ਹੈ ਇਹ ਹੈਗੀ ਹੈ R2 ਤੇ R3 ਦੇ ਅਕ੍ਰੋਸ ਵੋਲਟੇਜ ਬਟ R2 ਦੇ ਵਿੱਚੋਂ ਕਰੰਟ ਕਿੰਨਾ ਫਲੋ ਕਰ ਰਿਹਾ 0 ਇਸ ਕਰਕੇ R2 ਦੇ ਅਕ੍ਰੋਸ ਵੋਲਟੇਜ ਕਿੰਨੀ ਹੋ ਜੂਗੀ 0. ਤਾਂ VTH ਕੀ ਹੈ ਵੋਲਟੇਜ ਅਕ੍ਰੋਸ R3. ਤਾਂ ਅਸੀਂ ਵੋਲਟੇਜ ਅਕ੍ਰੋਸ R3 ਕੱਢਣੀ ਹੈ. ਪਹਿਲਾਂ ਅਸੀਂ ਕਰੰਟ ਕੱਢ ਲਈਏ. ਕਰੰਟ ਕਿੰਨਾ ਆ ਗਿਆ ਇਸ ਸਰਕਟ ਦੇ ਵਿੱਚੋਂ ਕਿੰਨਾ ਕਰੰਟ ਫਲੋ ਕਰੇਗਾ ਟੋਟਲ ਵੋਲਟੇਜ VS ਡਿਵਾਈਡਡ ਬਾਈ ਟੋਟਲ ਰੈਜ਼ਿਸਟੈਂਸ ਟੂ ਦਿਸ ਕਰੰਟ. ਕਰੰਟ ਇਸ ਤਰ੍ਹਾਂ ਕਰਕੇ ਵਾਪਸ ਆ ਜਾਊਗਾ. ਰੈਜ਼ਿਸਟੈਂਸ ਕਿੰਨੀ ਹੋ ਜੂਗੀ ਤੁਹਾਡੀ R1 ਪਲੱਸ R3. ਇਹ ਕਰੰਟ ਆ ਗਿਆ ਤਾਂ ਤੁਹਾਡਾ VTH ਕਿਹਦੇ ਬਰਾਬਰ ਆ ਜਾਏਗੀ I into R3. I ਦੀ ਵੈਲਿਊ ਕਿੰਨੀ ਹੈ VS over R1 plus R3 into R3. ਇਹ ਤੁਹਾਡੀ ਵੈਲਿਊ ਆ ਗਈ VTH ਦੀ. ਸੈਕੰਡ ਸਟੈਪ ਅਸੀਂ ਕੈਲਕੂਲੇਟ ਕਰਨਾ ਹੁੰਦਾ RTH. RTH ਕੈਲਕੂਲੇਟ ਕਰਨ ਲਈ ਕੀ ਕਰਨਾ ਹੈ ਅਸੀਂ ਵੋਲਟੇਜ ਸੋਰਸ ਨੂੰ ਕੀ ਕਰ ਦੇਣਾ ਸ਼ਾਰਟ ਸਰਕਟ. ਜੇਕਰ ਇਹਦੇ ਵਿੱਚ ਕੋਈ ਕਰੰਟ ਸੋਰਸ ਲੱਗਿਆ ਹੋਇਆ ਹੈ ਉਹਨੂੰ ਅਸੀਂ ਕਰ ਦੇਣਾ ਓਪਨ ਸਰਕਟ. ਟੂ ਫਾਈਂਡ RTH ਵੋਲਟੇਜ ਸੋਰਸ ਨੂੰ ਕੀ ਕਰ ਦੇਣਾ ਸ਼ਾਰਟ ਸਰਕਟ ਕਰ ਦੇਣਾ. ਆ ਵੋਲਟੇਜ ਸੋਰਸ ਹੈ ਇਹਨੂੰ ਅਸੀਂ ਸ਼ਾਰਟ ਸਰਕਟ ਕਰ ਦਈਏ. ਇੱਥੇ ਆ ਗਿਆ R1 this is your R1
this is your R3, this is your R2। ਜਿਹੜੀ ਇੱਥੇ ਰੈਜ਼ਿਸਟੈਂਸ ਹੋਏਗੀ ਇਹਦੀ ਟੋਟਲ ਰੈਜ਼ਿਸਟੈਂਸ ਦੈਟ ਇਜ਼ ਕਾਲਡ RTH। ਤਾਂ RTH ਕੈਲਕੂਲੇਟ ਕਰਨ ਲਈ ਇਹ ਦੋਨੇ ਕਾਹਦੇ 'ਚ ਹੈ, ਪੈਰਲਲ ਦੇ ਵਿੱਚ ਹੈ, ਕਿਉਂਕਿ ਇੱਥੋਂ ਪਤਾ ਲੱਗ ਰਿਹਾ ਵੀ ਇੱਥੇ ਕਰੰਟ ਡਿਵਾਈਡ ਹੋ ਰਿਹਾ, ਇਸ ਕਰਕੇ ਇਹ ਦੋਨੇ ਕਾਹਦੇ 'ਚ ਪੈਰਲਲ ਦੇ ਵਿੱਚ। ਤੇ ਰੈਜ਼ਿਸਟੈਂਸ ਆ ਗਈ ਤੁਹਾਡੀ ਪੈਰਲਲ ਦੀ R1 R3 ਓਵਰ R1 ਪਲੱਸ R3, ਠੀਕ ਹੈ। ਫਿਰ ਇਹ ਬਾਅਦ ਚ ਕਾਹਦੇ ਚ ਹੋ ਜਾਂਦੀ ਹੈ, ਸੀਰੀਜ਼ ਹੋ ਜਾਂਦੀ ਹੈ, ਇਹਨਾਂ ਦੋਨਾਂ ਦਾ ਪੈਰਲਲ ਕੰਬੀਨੇਸ਼ਨ ਬਣ ਕੇ ਪਲੱਸ R2, this is your RTH, ਥੈਵਨਿਨ ਰੈਜ਼ਿਸਟੈਂਸ। ਸੋ ਥੈਵਨਿਨ ਰੈਜ਼ਿਸਟੈਂਸ ਦੀ ਵੈਲਿਊ ਕੈਲਕੂਲੇਟ ਕਰ ਲਈ ਤੁਸੀਂ, VTH ਦੀ ਵੈਲਿਊ ਕੈਲਕੂਲੇਟ ਕਰ ਲਈ। ਜਿਹੜੀ ਰੈਜ਼ਿਸਟੈਂਸ ਅਸੀਂ ਰਿਮੂਵ ਕੀਤੀ ਸੀ ਉਹ ਰੈਜ਼ਿਸਟੈਂਸ ਕੀ ਹੈ, ਇੱਥੇ ਅਸੀਂ ਵਾਪਸ ਲਾ ਦੇਣੀ ਹੈ RL। ਇਹਦੇ ਚ ਅਸੀਂ ਕਰੰਟ ਫਾਈਂਡ ਆਊਟ ਕਰਨਾ, ਦੈਟ ਇਜ਼ ਯੂਅਰ IL। ਤਾਂ IL ਕਾਹਦੇ ਬਰਾਬਰ ਆ ਜਾਊਗਾ, VTH ਓਵਰ RTH ਪਲੱਸ RL। ਤਾਂ ਇੱਥੋਂ ਅਸੀਂ ਕਰੰਟ ਫਲੋਇੰਗ ਥਰੂ RL ਰੈਜ਼ਿਸਟੈਂਸ ਕੀ ਹੈ ਫਾਈਂਡ ਆਊਟ